ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਬਹੁਤ ਹੀ ਜ਼ਿਆਦਾ ਜਿਹੜੀ ਅਹਿਮ ਖਬਰ। ਗੱਲਬਾਤ ਜਿਹੜੀ ਆ ਅੱਜ ਕਰਾਂਗੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਨੇ, ਉਹਨਾਂ ਨੇ ਅੱਜ ਬਹੁਤ ਜ਼ਿਆਦਾ ਜਿਹੜੇ ਅਹਿਮ ਜਿਹੜੇ ਆ ਉਹ ਸਵਾਲ ਚੁੱਕ ਦਿੱਤੇ ਨੇ। ਅਕਾਲੀ ਦਲ ਦੇ ਉੱਪਰ ਵੀ ਚੱਕੇ ਹੈ। ਅਕਾਲੀ ਦਲ ਦੇ ਉੱਪਰ ਕੀ ਸਵਾਲ ਹੈ ਕਿ ਬਾਦਲਾਂ ਨੂੰ ਵੀ ਝਟਕਾ ਹੈ। ਗੱਲਬਾਤ ਇਸ ਤੇ ਵਿਚਾਰਾਂਗੇ। ਉੱਥੇ ਪੰਥਕ ਮਸਲੇ ਹੋਰ ਵੀ ਬਹੁਤ ਸਾਰੇ ਪੰਥਕ ਦੇ ਵਿੱਚ ਜਿਹੜਾ ਸਿੱਖੀ ਦੇ ਵਿੱਚ ਜਿਹੜੇ ਹੁੱਲੜਬਾਜੀ ਵਧਣ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ। ਉਧਰ SGPC ਨੂੰ ਦੋ ਫਾੜ ਕਰਨ ਦੀ ਜਿਹੜੀ ਗੱਲ ਕੀਤੀ ਹੈ। ਯਾਨੀ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਅੱਜ ਜਥੇਦਾਰ ਹਰਪ੍ਰੀਤ ਸਿੰਘ ਜਿਹੜੇ ਆ ਖੁੱਲ੍ਹ ਕੇ ਬੋਲਿਆ ਤੇ ਉਹਨਾਂ ਦੇ ਇਸ ਭਾਸ਼ਣ ਦੇ ਮਾਇਨੇ ਕੀ ਹੈ। ਅੱਜ ਕਿਸੇ ਨੂੰ ਨਹੀਂ ਛੱਡਿਆ, ਸਾਰੇ ਰਗੜ ਕੇ ਜਿਹੜੇ ਆ ਜਥੇਦਾਰ ਹਰਪ੍ਰੀਤ ਜੀ ਨੇ ਰੱਖ ਦਿੱਤੇ ਹੈ। ਇਸ ਪੂਰੀ ਖਬਰ ਤੇ ਗੱਲਬਾਤ ਕਰਾਂਗੇ ਔਰ ਜਥੇਦਾਰ ਸਾਹਿਬ ਦੇ ਭਾਸ਼ਣ ਨੂੰ ਸੌਖੇ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਝਟਕਾ ਬਾਦਲਾਂ ਤੇ ਅਕਾਲੀ ਦਲ ਨੂੰ, ਕਿੰਨਾ ਕੁ ਜਿਹੜੇ ਆਪਣੇ ਆਪ ਨੂੰ ਪੰਥ ਦੇ ਹਮਾਇਤੀ ਕਹਾਉਂਦੇ ਲੋਕ ਹੈ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ, ਤੇ ਨਾਲ ਹੀ ਨਾਲ ਜਿਹੜੀ SGPC ਨੂੰ ਹਥਿਆਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਕੁਝ ਲੋਕ ਜਿਹੜੇ ਹੈਗੇ ਆ, ਜੋ ਜਥੇਦਾਰ ਸਾਹਿਬ ਕਹਿ ਰਹੇ ਨੇ। ਗੱਲਬਾਤ ਨੂੰ ਸੌਖੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਡਾਕਟਰ SP ਸਿੰਘ ਜੁੜੇ ਹੋਏ ਆ। ਸਭ ਤੋਂ ਪਹਿਲਾਂ ਸਵਾਗਤ ਕਰਦਾ ਡਾਕਟਰ ਸਾਹਿਬ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਡਾਕਟਰ ਸਾਹਿਬ। ਬਹੁਤ ਅਹਿਮ ਵਿਸ਼ਿਆਂ ਦੇ ਉੱਪਰ ਬੋਲੇ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ। ਮੈਂ ਚਾਹੁੰਦਾ ਕਿ ਆਪਾਂ ਇੱਕ ਇੱਕ ਕਰਕੇ ਸਾਰੇ ਵਿਸ਼ੇ ਜਿਹੜੇ ਆ ਵਿਚਾਰ ਲਈਏ। ਕਿਹੜੇ ਵਿਸ਼ੇ ਤੋਂ ਸ਼ੁਰੂ ਕਰਨਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਤੁਸੀਂ ਪਹਿਲਾਂ ਸ਼ੁਰੂ 'ਚ ਗੱਲ ਕਹੀ ਹੈ ਕਿ ਉਹਨਾਂ ਖੁੱਲ੍ਹ ਕੇ ਗੱਲ ਕੀਤੀ। ਦਰਅਸਲ ਉਹਨਾਂ ਨੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਬੜਾ ਕੁਝ ਲੁਕਵਾਂ ਜਿਹੜਾ ਸੱਚ ਜਿਹੜਾ ਉਹ ਬਿਆਨ ਕੀਤਾ ਹੈ। ਤੇ ਦੂਜਾ, ਬਾਦਲਾਂ ਨੂੰ ਝਟਕੇ ਵਾਲੀ ਤੁਸੀਂ ਗੱਲ ਕੀਤੀ, ਉਹ ਵੀ ਇੱਕ ਸੰਤੁਲਨ ਕਾਇਮ ਕਰ ਰਹੇ ਨੇ ਕਿ ਬਾਦਲ ਨੂੰ ਝਟਕਾ ਵੀ ਮਿਲੇ ਤੇ ਨਾਲ ਬਾਦਲ ਸਾਹਿਬ ਦਾ ਜਿਹੜਾ ਉਹ ਲਿਹਾਜ਼ ਵੀ ਬਣ ਜਾਏ, ਅਕਾਲੀ ਦਲ ਦਾ ਵੀ ਲਿਹਾਜ਼ ਬਣ ਜਾਏ। ਸੋ ਐਸਾ ਬੈਲੈਂਸ ਜਿਹਾ ਰੱਖਿਆ ਹੈ ਕਿ ਗੱਲ ਜਿਹੜੀ ਆ ਹੁੱਲੜਬਾਜ਼ਾਂ ਦੀ ਵੀ ਕੀਤੀ ਜਾਏ, ਪਰ ਨਾਲ ਹੀ ਗੱਲ ਜਿਹੜੀ ਹੈ ਨਾ ਅਜਨਾਲੇ ਦੀ ਕੀਤੀ ਜਾਏ, ਨਾ ਸਤਿਕਾਰ ਕਮੇਟੀ ਦੀ ਕੀਤੀ ਜਾਏ। ਸੋ ਹਰ ਪਾਸੇ ਉਹਨਾਂ ਨੇ ਇੱਕ ਬੈਲੈਂਸ ਜਿਹੜਾ ਰੱਖ ਕੇ ਗੱਲ ਕੀਤੀ ਹੈ। ਪਰ ਤਿੰਨ ਮੁੱਖ ਮੁੱਦੇ ਜਿਹੜੇ ਨੇ ਅੱਜ ਉਹਨਾਂ ਨੇ ਆਪਣੇ ਜਿਹੜੇ ਕੌਮ ਦੇ ਨਾਂ ਤੇ ਸੰਦੇਸ਼ ਹੋਲਾ ਮਹੱਲਾ ਸਾਹਿਬ ਦੇ ਮੌਕੇ ਦੇ ਉੱਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਿਹੜੇ ਨੇ ਉਹ ਸੰਦੇਸ਼ ਦਿੱਤਾ ਹੈ, ਉਹ ਜਿਹੜੀ ਹੈ ਉਹ ਥੋੜ੍ਹਾ ਜਿਹਾ ਉਹਨੂੰ ਸਪਸ਼ਟ ਜੇ ਕਰ ਦਈਏ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਜਿਹੜਾ ਹੈ ਉਹ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਸੀ, ਹੁਣ ਉਹ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ। ਜਿੰਨਾ ਚਿਰ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਨਹੀਂ ਬਣੇਗੀ, ਉਹਨਾਂ ਚਿਰ ਅਕਾਲੀ ਦਲ ਜਿਹੜਾ ਹੈ ਉਹ ਇਸ ਸੰਕਟ ਦੀ ਘੜੀ 'ਚ ਜਦੋਂ ਲੋਕ ਉਹਨਾਂ ਤੋਂ ਟੁੱਟ ਗਏ ਨੇ ਉਹ ਨਹੀਂ ਜੁੜ ਸਕਦੇ। ਉਹ ਵਾਰ ਤਾਂ ਹੀ ਆਏਗਾ ਜੇਕਰ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਜਿਹੜੀ ਹੈ ਉਹ ਬਣੇਗੀ। ਦਰਅਸਲ ਇਸ ਤੋਂ ਵੀ ਜ਼ਿਆਦਾ ਸਪਸ਼ਟ ਉਹਨਾਂ ਨੂੰ ਕਰ ਦੇਣਾ ਚਾਹੀਦਾ ਸੀ ਕਿ ਜੇ ਅਕਾਲੀ ਦਲ ਆਮ ਸੱਚੇ ਸੁੱਚੇ ਸਿੱਖਾਂ ਦੀ ਪਾਰਟੀ ਜਿਹੜੀ ਆ ਬਣੇਗੀ। ਉਹਨਾਂ ਨੇ ਇੱਥੇ ਪੰਜਾਬ ਪਾਰਟੀ ਦੇ ਨਾਂ ਥੱਲੇ ਜਾਂ ਜਿਹੜਾ BJP ਨਾਲ ਸਮਝੌਤਾ ਕਰਨ ਦੇ ਨਾਂ ਥੱਲੇ ਪੰਜਾਬ ਦੇ ਹਿੱਤਾਂ ਨਾਲ ਜਿਹੜੇ ਨੇ ਵੱਖ-ਵੱਖ ਪੱਧਰ ਦੇ ਉੱਤੇ ਸਮਝੌਤੇ ਕੀਤੇ ਨੇ ਬਾਦਲ ਸਰਕਾਰ ਵੇਲੇ ਅਕਾਲੀ ਦਲ ਨੇ, ਉਹਨਾਂ ਬਾਰੇ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ। ਸਿਰਫ ਇੰਨਾ ਹੀ ਕਿਹਾ ਹੈ ਕਿ ਮਜ਼ਦੂਰਾਂ ਤੇ ਕਿਸਾਨਾਂ ਦੀ ਹੈ, ਹੁਣ ਸਰਮਾਏਦਾਰਾਂ ਦੀ ਹੈ। ਇਹ ਗੱਲ ਜਿਹੜੀ ਹੈ ਉਹ ਆਪਣੇ ਆਪ ਵਿੱਚ ਵੱਖਰੀ ਗੱਲ ਉਹਨਾਂ ਜ਼ਰੂਰ ਕੀਤੀ ਹੈ, ਪਰ ਇਹ ਗੱਲ ਨਾਲ ਦੱਸਣੀ ਚਾਹੀਦੀ ਹੈ, ਜਿਹੜੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਅਕਾਲੀ ਦਲ ਜਿਹੜਾ ਸੀ ਉਹ ਸਿੱਖ ਧਰਮ ਦੇ ਇਸ਼ੂ ਦੀ ਹੱਕ ਔਰ ਸੱਚ ਦੀ ਲੜਾਈ ਲੜਨ ਵਾਲਾ ਸੀ ਔਰ ਉਹ ਸਿੱਖੀ ਅਸੂਲਾਂ ਦੇ ਨਾਲ ਲੜਾਈ ਲੜਨ ਵਾਲਾ ਸੀ। ਹੁਣ ਅਕਾਲੀ ਦਲ ਜਿਹੜਾ ਹੈ ਰਾਜਸੀ ਸੱਤਾ ਪ੍ਰਾਪਤ ਕਰਨ ਵਾਲੀ ਪਾਰਟੀ ਹੈ। ਇਹਦਾ ਕੋਈ ਮੁੱਦਾ ਜਿਹੜਾ ਹੈ ਸਿੱਖ ਇਸ਼ੂ ਨਾਲ ਨਹੀਂ ਹੈ। ਵੋਟਾਂ ਕਿਵੇਂ ਹਾਸਲ ਕਰਨੀਆਂ ਨੇ ਔਰ ਵੋਟਾਂ ਦੇ ਨਾਲ ਜਿਹੜੀ ਹੈ ਰਾਜਨੀਤੀ ਕਰਕੇ ਕਿਵੇਂ ਕੌਮ ਦੇ ਮੁੱਖ ਮੁੱਦੇ ਜਿਹੜੇ ਨੇ ਉਹਨਾਂ ਨਾਲ ਵੀ ਜਿਹੜਾ ਕੰਪਰੋਮਾਈਜ਼ ਕਰਨਾ ਹੈ, ਭਾਵੇਂ ਜਿਹੜਾ ਸੱਚਾ ਸੌਦਾ ਦੀ ਗੱਲ ਹੋਵੇ ਤੇ ਭਾਵੇਂ ਜਿਹੜੀ ਹੈ ਉਹ ਵੱਖ-ਵੱਖ ਪੱਧਰਾਂ ਦੇ ਉੱਤੇ ਜਿਹੜੀ ਹੈ ਉਹ ਗੁਰਦੁਆਰਾ ਐਕਟ ਬਾਰੇ ਗੱਲ ਹੋਵੇ। ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਉਹਨਾਂ ਨੇ ਰੇਜ਼ ਕੀਤਾ ਉਹਦੇ ਵਿੱਚ ਜਿਹੜਾ ਸੀ ਉਹ ਇਹ ਕਿਹਾ ਅਕਾਲੀ ਦਲ ਸਰਮਾਏਦਾਰਾਂ ਦੀ ਬਣ ਗਈ ਹੈ। ਇਸ ਗੱਲ ਠੀਕ ਹੈ, ਪਰ ਸਰਮਾਏਦਾਰਾਂ ਦੇ ਨਾਲ ਨਾਲ ਆਮ ਲੋਕਾਂ ਦੀ ਪਾਰਟੀ ਜਿਹੜੀ ਨਹੀਂ ਰਹੀ, ਆਮ ਸਿੱਖਾਂ ਦੀ ਪਾਰਟੀ ਨਹੀਂ ਰਹੀ, ਜਿਹੜਾ ਬਾਣੀ ਔਰ ਬਾਣੇ ਵਾਲੀ ਜਿਹੜੀ ਆ ਪਾਰਟੀ ਨਹੀਂ ਰਹੀ, ਬਲਕਿ ਪੰਜਾਬ ਪਾਰਟੀ ਦੇ ਨਾਂ ਥੱਲੇ ਸਿੱਖਾਂ ਦੇ ਹਿੱਤਾਂ ਨਾਲ ਕੰਪਰੋਮਾਈਜ਼ ਕਰਨ ਵਾਲੀ ਤੇ ਵੋਟਾਂ ਦੀ ਰਾਜਨੀਤੀ ਵਾਲੀ ਪਾਰਟੀ ਬਣ ਗਈ ਹੈ। ਇਹ ਗੱਲ ਜਿਹੜੀ ਉਹਨਾਂ ਨੇ ਲੁਕਵੀਂ ਗੱਲ ਰੱਖੀ ਹੈ। ਇਹ ਗੱਲ ਸਪਸ਼ਟ ਜਿਹੜੀ ਨਹੀਂ ਕੀਤੀ, ਜਿਹੜੀ ਹੋਰ ਸਪਸ਼ਟ ਕਰ ਦੇਣੀ ਚਾਹੀਦੀ ਸੀ, ਕਿਉਂਕਿ ਅਕਾਲੀ ਦਲ ਵਿੱਚ ਪਹਿਲਾਂ ਵੀ ਸਰਮਾਏਦਾਰ ਸਨ। ਭਾਵੇਂ ਸਰਦਾਰ ਬਲਦੇਵ ਸਿੰਘ ਦਾ ਪਰਿਵਾਰ ਸੀ, ਭਾਵੇਂ ਮਜੀਠੀਆ ਪਰਿਵਾਰ ਸਨ, ਸੰਧਾਵਾਲੀਆ ਪਰਿਵਾਰ ਸਨ, ਇਹ ਸਾਰੇ ਜਿਹੜੇ ਜਗੀਰਦਾਰ ਪਰਿਵਾਰ ਸਨ ਉਹ ਵੀ ਅਕਾਲੀ ਦਲ ਦੇ ਨਾਲ ਹਿੱਸੇਦਾਰ ਸਨ। ਲੇਕਿਨ
ਹੁਣ ਉਹ ਪਰਿਵਾਰ ਰਿਸ਼ਤੇਦਾਰ ਨਹੀਂ, ਹੁਣ ਜਿਹੜਾ ਹੈ ਉਹ ਨਾਲ ਹੀ ਜਿਹੜੇ ਨੇ ਸੱਚੇ ਸੁੱਚੇ ਸਿੱਖ ਨਹੀਂ ਰਹੇ। ਉਹ ਬਲਦੇਵ ਸਿੰਘ ਜੀ ਹੋਣ ਜਾਂ ਜਿਹੜੇ ਬਾਕੀ ਜਿਹਨੇ ਸਰਮਾਏਦਾਰ ਸਨ, ਧਨਾੜ ਸਿੱਖ ਜੁੜਦੇ ਸਨ, ਉਹ ਸਾਰੇ ਜਿਹੜੇ ਨੇ ਨਾਲ ਸੱਚੇ ਸੁੱਚੇ ਸਿੱਖ ਸਨ ਔਰ ਉਹਨਾਂ ਤੋਂ ਜਿਹੜੀ ਸੀ ਸ਼ਕਤੀ ਤੇ ਪੈਸਾ ਜਿਹੜਾ ਸੀ ਪ੍ਰਾਪਤ ਕੀਤਾ ਜਾਂਦਾ ਸੀ। ਹੁਣ ਦੀ ਸਥਿਤੀ ਵਿੱਚ ਇਹ ਹੈ ਕਿ ਉਹ ਸਰਮਾਏਦਾਰ ਹੋਣਾ ਚਾਹੀਦਾ ਹੈ, ਉਹ ਪੈਸੇ ਵਾਲਾ ਹੋਣਾ ਚਾਹੀਦਾ ਹੈ, ਭਾਵੇਂ ਉਹ ਸੱਚਾ ਸੁੱਚਾ ਸਿੱਖ ਜਾਂ ਸਿੱਖ ਹਿੱਤਾਂ ਨਾਲ ਕੁਰਬਾਨੀ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਜਾਂ ਨਹੀਂ, ਇਹਦੇ ਬਾਰੇ ਪ੍ਰਸ਼ਨ ਚਿੰਨ੍ਹ ਨਹੀਂ ਸੀ। ਪਰ ਫਿਰ ਵੀ ਗਿਆਨੀ ਪ੍ਰੀਤ ਸਿੰਘ ਨੇ ਜਿਹੜਾ ਇਹ ਮੁੱਦਾ ਚੁੱਕਿਆ ਹੈ, ਇਹ ਮੁੱਦੇ ਦੇ ਅੱਗੇ ਵੀ ਜਿਹੜੀ ਅਕਾਲੀ ਦਲ ਨੂੰ ਜਿਹੜਾ ਧਿਆਨ ਦੇਣਾ ਪਏਗਾ ਔਰ ਆਪਣਾ ਜਿਹੜਾ ਚਿਹਰਾ ਮੋਹਰਾ ਬਦਲਣਾ ਪਵੇਗਾ ਔਰ ਇੱਕ ਸੱਚੇ ਸੁੱਚੇ ਸਿੱਖਾਂ ਦੀ ਪ੍ਰਤੀਤ ਪਾਰਟੀ ਬਣ ਕੇ ਜੇਕਰ ਚੱਲਣਗੇ ਤੇ ਫਿਰ ਇਹਨਾਂ ਦੀ ਸਰਵਾਈਵਲ ਹੈ ਔਰ ਉਹ ਸਰਵਾਈਵਲ ਤਾਂ ਹੀ ਹੈ। ਜਿਵੇਂ ਤੁਸੀਂ ਕਿਹਾ ਕਿ ਬੈਲੈਂਸ ਦੀ ਗੱਲ ਕਰ ਦਿੱਤੀ, ਜਿਵੇਂ ਉਹਨਾਂ ਨੇ ਇੱਕ ਝਟਕਾ ਜਿਹਾ ਦੇਤਾ ਕਿ ਪਹਿਲਾਂ ਅਕਾਲੀ ਦਲ ਇਸ ਤਰੀਕੇ ਨਾਲ ਹੁੰਦਾ ਸੀ, ਹੁਣ ਅਕਾਲੀ ਦਲ ਜਿਹੜਾ ਇਸ ਤਰੀਕੇ ਨਾਲ ਹੋ ਗਿਆ। ਦੂਜੇ ਪਾਸੇ ਅਕਾਲੀ ਦਲ ਨੂੰ ਤੇ ਲੋਕਾਂ ਨੂੰ ਜਿਹੜਾ ਉਹ ਮੈਸੇਜ ਦੇ ਦਿੱਤਾ ਕਿ ਭਾਈ ਤੁਹਾਡੀ ਜਿਹੜੀ ਅਸਲੀ ਪਾਰਟੀ ਇਹੀ ਹੈ, ਯਾਨੀ ਤੁਹਾਡੇ ਕਹਿਣ ਦਾ ਭਾਵ ਇਹੀ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਮੈਸੇਜ ਜਿਹੜੇ ਆ ਉਹ ਦੇ ਦਿੱਤਾ ਲੋਕਾਂ ਨੂੰ ਬੈਲੈਂਸ ਰੱਖ ਕੇ ਕਿ ਭਾਈ ਅਕਾਲੀ ਦਲ ਦੇ ਨਾਲ ਜੁੜੋ। ਮਤਲਬ ਉਹਨਾਂ ਨੇ ਲੁਕਵਾਂ ਸੱਚ ਵੀ ਪੇਸ਼ ਕਰਤਾ, ਲੇਕਿਨ ਜਿਹੜਾ ਸਪਸ਼ਟ ਜਿਹੜੀ ਸਥਿਤੀ ਹੈ ਉਹਨੂੰ ਥੋੜਾ ਜਿਹਾ ਇੱਕ ਪਾਸੇ ਵੀ ਜਿਹੜਾ ਰੱਖਤਾ। ਇਹ ਨਹੀਂ ਕਿਹਾ ਕਿ ਤੁਹਾਡੀ ਜਿਹੜੀ ਬੀਜੇਪੀ ਨਾਲ ਸਾਂਝਦਾਰੀ ਸੀ, ਜਿਹੜੀ ਤੁਹਾਡੀ ਜਿਹੜੀ ਡੇਰਾ ਸੱਚਾ ਸੌਦਾ ਨਾਲ ਜਿਹੜੀ ਸਾਂਝਦਾਰੀ ਕਰਕੇ ਵੋਟਾਂ ਦੀ ਰਾਜਨੀਤੀ ਕਰਕੇ ਤੁਸੀਂ ਸਾਰੇ ਸਿੱਖ ਮੁੱਦਿਆਂ ਨੂੰ ਜਿਹੜਾ ਉਹ ਖਰਾਬ ਕਰ ਰਿਹਾ, ਉਹਦੇ ਬਾਰੇ ਚੁੱਪ ਰੱਖੀ। ਔਰ ਇਵੇਂ ਹੀ ਦੂਜੇ ਉਦੋਂ ਅੱਗੇ ਵੀ ਤੁਸੀਂ ਦੇਖੋ ਕਿ ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਵਿੱਚ ਹੁੱਲੜਬਾਜ਼ੀ ਦੀਆਂ ਘਟਨਾਵਾਂ ਵੱਧ ਰਹੀਆਂ ਨੇ। ਉਹਦੇ ਪਿੱਛੇ ਉਹਨਾਂ ਦੇ ਬੈਕਗ੍ਰਾਉਂਡ ਦੇ ਤੌਰ ਦੇ ਉੱਤੇ ਨਿਹੰਗ ਸਿੰਘ ਦਾ ਜਿਹੜਾ ਉੱਥੇ ਕਤਲ ਹੋਇਆ, ਉਹਨੂੰ ਜਿਹੜਾ ਗੱਲ ਜਿਹੜੀ ਹੈ ਆਪਣੇ ਆਪ 'ਤੇ ਰੱਖੀ। ਲੇਕਿਨ ਜੋ ਕੁਝ ਅੰਮ੍ਰਿਤਪਾਲ ਸਿੰਘਾਂ ਨੇ ਅਜਨਾਲੇ ਥਾਣੇ ਦੇ ਉੱਤੇ ਕਬਜ਼ਾ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਭੀੜ ਨੂੰ ਢਾਲ ਬਣਾਇਆ, ਜਾਂ ਅੰਮ੍ਰਿਤਸਰ ਦੇ ਵਿੱਚ ਚੱਕਰ ਸਿੰਘ ਜੀਵਨ ਸਿੰਘ ਪਬਲਿਸ਼ਿੰਗ ਹਾਊਸ ਦੇ ਬਾਹਰ ਜਿਹੜਾ ਹੈ ਉਹ ਸਿੱਖ ਇਸ਼ੂ ਨੂੰ ਰੱਖ ਕੇ ਉੱਥੇ ਜਿਹੜੀ ਹੈ ਫਾਇਰਿੰਗ ਹੋਈ ਔਰ ਸਾਰਾ ਜਿਹੜਾ ਉਹ ਧਰਨਾ ਚੱਲਦਾ ਹੈ ਸਤਕਾਰ ਕਮੇਟੀ ਵੱਲੋਂ, ਉਹਨਾਂ ਦੇ ਨਾਂ ਜਿਹੜੇ ਨੇ ਨਹੀਂ ਲਏ। ਅਜਨਾਲਾ ਦੇ ਵਿੱਚ ਭਾਵੇਂ ਉਹਨਾਂ ਕੋਲ ਰਿਪੋਰਟ ਵੀ ਆ ਗਈ ਹੈ, ਕੀ ਆਈ ਤੇ ਨਹੀਂ ਕਿਹਾ ਜਾ ਸਕਦਾ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਕੀ ਅਕਾਲ ਤਖਤ ਸਾਹਿਬ ਪ੍ਰਵਾਨਗੀ ਦੇਗਾ ਕਿ ਉਹ ਜਿਹੜਾ ਉਹ ਹੁੱਲੜਬਾਜ਼ੀ ਦੇ ਢੰਗ ਦੇ ਨਾਲ ਥਾਣੇ ਦੇ ਉੱਤੇ ਕਬਜ਼ਾ ਕੀਤਾ ਜਾਏ। ਸੋ ਇਹ ਸਾਰੇ ਇਸ਼ੂਜ਼ ਉਹਨਾਂ ਨੇ ਟੱਚ ਕੋਈ ਨਹੀਂ ਕੀਤੇ, ਸਿਰਫ ਉਹ ਜਿਹੜੇ ਇੱਕ ਪਾਸਿੰਗ ਰੈਫਰੈਂਸ ਦੇ ਤੌਰ ਦੇ ਉੱਤੇ ਕੀਤੇ ਨੇ। ਉਹ ਨਾਲ ਇੱਕ ਪਾਸੇ ਅਜਨਾਲਾ ਦਮਦਮਾ ਟਕਸਾਲ ਅਜਨਾਲਾ ਵੀ, ਸਤਕਾਰ ਕਮੇਟੀ ਵੀ, ਅੰਮ੍ਰਿਤਪਾਲ ਉਹਨਾਂ ਦੀ ਵੀ ਕਾਰਵਾਈ, ਸਾਰਿਆਂ ਨੂੰ ਸਪਸ਼ਟ ਤੌਰ ਤੇ ਮੈਂਸ਼ਨ ਨਹੀਂ ਕੀਤਾ। ਸਿਰਫ ਬੈਕਗ੍ਰਾਉਂਡ 'ਚ ਉਸ ਵੇਲੇ ਦੀ ਘਟਨਾ ਰੱਖ ਲਈ ਜਿਹਦੇ ਵਿੱਚ ਮਨੀਕਰਨ ਸਾਹਿਬ ਜਿਹੜੀ ਹੁੱਲੜਬਾਜ਼ੀ ਹੋਈ ਔਰ ਦੂਜੀ ਜਿਹੜੀ ਹੈ ਉਹ ਨਿਹੰਗ ਸਿੰਘ ਦਾ ਕਤਲ ਹੋਇਆ ਹੋਲਾ ਮਹੱਲਾ ਦੇ ਮੌਕੇ ਦੇ ਉੱਤੇ। ਇਹ ਦੋ ਗੱਲਾਂ ਨੂੰ ਫਰੰਟ ਤੇ ਰੱਖ ਕੇ ਬਾਕੀ ਗੱਲਾਂ ਜਿਹੜੀਆਂ ਨੇ ਫਿਰ ਲੁਕੀਆਂ ਜਿਹੜੀਆਂ ਨੇ ਉਹ ਰੱਖ ਗਏ। ਤੀਜੀ ਗੱਲ ਜਿਹੜੀ ਉਹਨਾਂ ਨੇ ਮਹੱਤਵਪੂਰਨ ਕੀਤੀ ਕਿ ਜੀ SGPC ਦਫਾੜ ਹੋ ਗਏ। ਪਹਿਲੀ ਗੱਲ ਕਿ ਦਫਾੜ ਨਹੀਂ ਹੋਈ, ਦਫਾੜ ਤਾਂ ਹੁੰਦਾ ਦੋ ਹਿੱਸੇ ਹੋਏ ਹੋਣ। SGPC ਵਿੱਚੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ, SGPC ਵਿੱਚੋਂ ਹੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨਿਕਲੀ, SGPC ਵਿੱਚੋਂ ਹੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਨਿਕਲੀ, SGPC ਵਿੱਚੋਂ ਹੀ ਜਿਹੜਾ ਇਹਨਾਂ ਨੇ ਅਪੋਜ਼ ਵੀ ਕੀਤਾ ਸੀ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਿਕਲੀ। ਸੋ ਇਹ ਸਾਰੀਆਂ ਜਿਹੜੀਆਂ ਨੇ SGPC ਚੋਂ ਨਿਕਲੇ। ਉਸੇ ਪ੍ਰੋਸੈਸ ਦੇ ਵਿੱਚ ਹਰਿਆਣਾ ਕਮੇਟੀ ਜਿਹੜੀ ਹੈ ਉਹ ਨਿਕਲੀ, ਲੇਕਿਨ ਹਰਿਆਣਾ ਕਮੇਟੀ ਨਿਕਲਣ ਦਾ ਜਿਹੜਾ ਪ੍ਰੋਸੈਸ ਸੀ ਉਸ ਪ੍ਰੋਸੈਸ ਵਿੱਚ ਆਪ ਵੀ ਇਹਨਾਂ ਕੋਲ ਗਲਤੀਆਂ ਹੋਈਆਂ ਕਿ ਸੁਪਰੀਮ ਕੋਰਟ 'ਚ ਜਾ ਕੇ ਜਦੋਂ ਆਪ ਰਾਏ ਮੰਗ ਲਈ। ਕਿਸੇ ਵੇਲੇ ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਜਿਹੜੀ ਸੀ ਉਹ ਮੰਗ ਕਰਦੇ ਸੀ ਕਿ ਸਾਰੇ ਦੁਨੀਆ ਦੇ ਜਿਹੜੇ ਨੇ ਉਹ ਗੁਰਦੁਆਰੇ ਇਕੱਠੇ ਕਰ ਲਓ, ਉਹ ਵੀ ਮੰਗ ਇੱਕ ਵਾਰੀ ਹੋਈ ਜਿਹਦੇ ਵਿੱਚ ਇੱਕ ਅਮਰੀਕਨ ਸਿੱਖ ਗੁਰਦੁਆਰਾ ਕੌਂਸਲ ਵੀ ਜਿਹੜੀ ਹੈ ਉਹ ਬਣੀ। ਸੋ ਗੱਲਾਂ ਜਿਹੜੀਆਂ ਨੇ ਉਹ ਵਕਤ ਦੇ ਨਾਲ ਮੰਨਣਾ ਪਏਗਾ ਕਿ ਸਿੱਖ ਕੌਮ ਜਿਹੜੀ ਹੈ ਉਹ ਨਿਰੇ ਪੰਜਾਬ ਦੀ ਕੌਮ ਨਹੀਂ, ਸਿੱਖ ਕੌਮ ਹੁਣ ਗਲੋਬਲ ਕੌਮ ਹੋ ਚੁੱਕੀ ਹੈ। ਉਹਦੇ ਵਿੱਚ ਪੰਜਾਬ ਦੇ ਵੀ ਹਿੱਤ ਨੇ, ਉਹਦੇ ਵਿੱਚ ਹਰਿਆਣੇ ਦੇ ਵੀ ਹਿੱਤ ਨੇ, ਹਿਮਾਚਲ ਦੇ ਵੀ ਹਿੱਤ ਨੇ, ਦਿੱਲੀ ਦੇ ਵੀ ਹਿੱਤ ਨੇ ਔਰ ਸਾਰੇ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ ਜਿਹੜੇ ਸਿੱਖ ਰਹਿ ਰਹੇ ਨੇ ਉਹਨਾਂ ਦੇ ਆਪਣੇ ਹਿੱਤ ਨੇ। ਇਵੇਂ ਹੀ ਜਿਹੜਾ ਉਹ ਨਾਲ ਹੀ ਨਾਲ ਵੇਖਣਾ ਪਏਗਾ ਕਿ ਹਿੰਦੁਸਤਾਨ ਤੋਂ ਬਾਹਰ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਸਿੱਖ ਵਸੋਂ ਹੈ, ਉਹਨਾਂ ਦੇ ਹਿੱਤਾਂ ਨੂੰ ਰੱਖ ਕੇ ਉਸ ਹਿਸਾਬ ਨਾਲ ਨੀਤੀ ਜਿਹੜੀ ਬਣਾਉਣੀ ਪਏਗੀ। ਲੇਕਿਨ ਸਿਰਫ ਸਥਾਨਕ ਪੱਧਰ ਦੇ ਉੱਤੇ ਗੱਲਾਂ ਨੂੰ ਮੇਨ ਨਹੀਂ ਬਣਾਉਣਾ ਚਾਹੀਦਾ। ਡਾਕਟਰ ਸਾਹਿਬ ਜਿਹੜੀ ਹੁੱਲੜਬਾਜ਼ੀ ਤੀਜੀ ਗੱਲ ਜਿਹੜੀ ਹੈ ਨਾਲ ਹੁੱਲੜਬਾਜ਼ਾਂ ਦੀ ਗੱਲ ਜਿਹੜੀ ਹੈ ਕਿ ਇਹ ਵੀ ਨਾਲ ਮੰਨਣਾ ਪਏਗਾ ਕਿ ਜਿਹੜੀ ਭਗਵੰਤ ਸਿੰਘ ਮਾਨ ਸਰਕਾਰ ਹੈ, ਜਿਹੜੀ ਭਗਵੰਤ ਸਿੰਘ ਮਾਨ ਸਰਕਾਰ ਹੈ, ਇਹ ਸਿੱਖ ਹੁੱਲੜਬਾਜ਼ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਕਿ ਜਿਹੜਾ ਜੀ ਉਹ ਅੱਗੇ ਨਾ ਹੋਣ, ਉਹਨਾਂ ਅੱਗੇ ਅੱਖਾਂ ਮੀਟ ਕੇ ਜਾਂ ਸਰੈਂਡਰ ਕਰਕੇ ਬੈਠੇ ਨੇ। ਭਾਵੇਂ ਉਹ ਅਜਨਾਲੇ ਦਾ ਮਸਲਾ ਹੋਵੇ, ਭਾਵੇਂ ਉਹ ਸਰਕਾਰ ਕਮੇਟੀਆਂ ਦਾ ਮਸਲਾ ਹੋਵੇ, ਜਾਂ ਮਤਲਬ ਜਿਹੜਾ ਉਹ ਕਿਸੇ ਵਿਅਕਤੀਗਤ ਪੱਧਰ ਦੇ ਉੱਤੇ ਕਤਲ ਦਾ ਮਸਲਾ ਹੋਵੇ, ਇਹ ਸਾਰੀਆਂ ਗੱਲਾਂ ਨੂੰ ਜਿਹੜਾ ਹੈ ਉਹ ਲੁਕਵਾਂ ਢੰਗ ਜਿਹੜਾ ਰੱਖਿਆ ਹੈ। ਲੇਕਿਨ ਆਪਣੇ ਆਪ ਵਿੱਚ ਬਗੈਰ ਨਾ ਲਿਓ
ਹੁੱਲੜਬਾਜ਼ੀ ਜਿਹੜੀ ਹੈ ਰੋਕਣ ਦੀ ਅਪੀਲ ਕਰਨੀ ਜਿਹੜੀ ਹੈ ਆਪਣੇ ਆਪ ਜਿਹੜੀ ਹੈ ਉਹ ਠੀਕ ਕਦਮ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਥਾਂ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਆੜ ਲੈ ਕੇ, ਸਿੱਖ ਇਸ਼ੂਜ਼ ਦੀ ਆੜ ਲੈ ਕੇ, ਕਿਸਾਨੀ ਦੀ ਆੜ ਲੈ ਕੇ ਜਿਹੜੇ ਧਰਨੇ, ਮੁਜ਼ਾਹਰੇ ਔਰ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਘਟਨਾਵਾਂ ਜਿਹੜੀਆਂ ਨੇ ਹੁੱਲੜਬਾਜ਼ੀ ਦੀਆਂ ਜਿਹੜੀਆਂ ਪੰਜਾਬੀਆਂ ਦੀ ਔਰ ਵਾਸਤੇ ਕੌਮ ਦੀ, ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਸੁਖਿੰਦਰ ਜੀ, ਉਹਦੇ 'ਚ ਹੈ ਕਿ ਭਗਵੰਤ ਮਾਨ ਸਰਕਾਰ ਵੀ ਉਹਨਾਂ ਅੱਗੇ ਗੋਡੇ ਟੇਕ ਚੁੱਕੀ ਹੋਈ ਹੈ, ਭਾਵੇਂ ਉਹ ਕਿਸਾਨੀ ਹੈ। ਹਾਂਜੀ, ਆਵਾਜ਼ ਸੁਣ ਪਾ ਰਹੇ ਹੋ ਮੇਰੀ? ਹਾਂਜੀ ਹਾਂਜੀ ਡਾਕਟਰ ਸਾਹਿਬ, ਮੈਂ ਇਹੀ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਜਿਹੜੇ ਅਮਰਤਪਾਲ ਸਿੰਘ ਹੋਰੀ ਆ, ਇਹ ਇੱਕ ਵੱਖਰੇ ਦੇਸ਼ ਦੀ ਖਾਲਿਸਤਾਨ ਦੀ ਜਿਹੜੀ ਉਹ ਮੰਗ ਕਰ ਰਹੇ ਆ, ਭਾਵ ਕਿ ਇੱਕ ਹੋਰ ਪਾਰਲੀਮੈਂਟ ਬਣੇਗੀ ਜੇ ਵੱਖਰਾ ਦੇਸ਼ ਬਣਦਾ, ਤਾਂ ਉੱਥੇ ਹੀ ਇਹਨਾਂ ਨੂੰ ਹੁੱਲੜਬਾਜ਼ ਕਹਿ ਕੇ ਫਿਰ ਉਹਨਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਬਦਦੁਆ ਦਿੱਤੀ ਹੈ ਕਿ ਸਿੱਖ ਪਾਰਲੀਮੈਂਟ ਦੇ ਟੁਕੜੇ ਕਰਨ ਤੋਂ ਬਾਅਦ ਖਾਲਸੇ ਦੀ ਬਦਦੁਆ ਦੇ ਕਾਰਨ ਕਹਿੰਦੇ ਕਿ ਪਾਰਲੀਮੈਂਟ ਦੇ ਵੀ ਕਈ ਟੁਕੜੇ ਹੋਣਗੇ। ਇਹਦਾ ਕੀ ਭਾਵ ਹੈ? ਦੇਖੋ, ਜਿਹੜੀ ਪਹਿਲੀ ਗੱਲ ਤੇ ਹੈ ਕਿ ਉਹਨਾਂ ਨੇ ਸਿੱਖ ਮਿੰਨੀ ਪਾਰਲੀਮੈਂਟ ਕਹਿਤਾ, ਲੇਕਿਨ ਉਹਨਾਂ ਨੂੰ ਇਹ ਵੀ ਪਤਾ ਦੁਫਾੜ ਨਹੀਂ ਹੋਈ, ਕਈ ਹਿੱਸੇ ਹੋਏ ਨੇ। ਔਰ ਉਹ ਆਪ ਵੀ ਜਿਹੜਾ, ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਤੇ ਅਕਾਲੀ ਦਲ ਨੇ ਸੰਘਰਸ਼ ਕੀਤਾ ਸੀ, ਔਰ ਉਹ ਸੰਘਰਸ਼ ਦੇ ਵਿੱਚੋਂ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੇਨ ਪਾਰਲੀਮੈਂਟ ਨੂੰ ਬਦਦੁਆ ਦੇਣਾ ਕਿ ਇਹਦੇ ਵੀ ਹੁਣ ਕਈ ਟੁਕੜੇ ਹੋਣਗੇ, ਇਹਦਾ ਭਾਵ ਕੀ ਹੈ? ਦੇਖੋ ਭਾਵ ਤੇ ਜਿਹੜਾ ਇਹ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਅਜੇ ਸਿੱਖੀ ਦੇ ਉੱਤੇ ਹਮਲੇ ਹੁੰਦੇ ਗਏ ਤੇ ਉਹ ਹਮਲੇ ਜਿਹੜੇ ਨੇ ਉਹ ਸਿੱਖ ਕੌਮ ਲਈ ਜਿਹੜਾ ਹੈ ਉਹ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਪੈਦਾ ਕਰਨਗੇ, ਔਰ ਉਹਦੇ ਵਿੱਚ ਜਿਹੜੀ ਹੈ ਵੱਖਰੇਵੇਂ ਦੀ ਗੱਲ, ਉਹਦੇ ਚ ਵੱਖਰੇਪਨ ਦੀ ਗੱਲ ਜਿਹੜੀ ਹੈ ਉਹ ਪੈਦਾ ਹੋਏਗੀ। ਮੈਂ ਮਾਫ ਕਰ ਦੇਣਾ, ਇਹ ਗੱਲ ਕਹਿ ਕੇ ਫਿਰ ਸਿੱਧੇ ਤੌਰ ਤੇ ਕੱਲ ਨੂੰ ਜਿਨ੍ਹਾਂ ਨੂੰ ਹੁੱਲੜਬਾਜ਼ ਕਿਹਾ ਜਾ ਰਿਹਾ, ਕੱਲ ਨੂੰ ਕਿ ਇਸੇ ਬਿਆਨ ਨੂੰ ਲੈ ਕੇ ਕੋਟ ਕਰਿਆ ਕਰਨਗੇ ਅਮਰਤਪਾਲ ਹੋਣੀ ਕਿ ਆਹ ਦੇਖ ਲਓ ਕਿ ਭਾਈ ਇਹ ਤਾਂ ਹੁਣ ਬਾਕੀ ਜਿਹੜੇ ਜਥੇਦਾਰ ਸਾਹਿਬ ਵੀ ਹੁਣ ਜਿਹੜੀ ਆ ਉਹ ਗੱਲ ਮੰਨ ਗਏ ਆ ਕਿ ਸਿੱਖਾਂ ਦੀ ਜਿਹੜੀ ਆ ਪਾਰਲੀਮੈਂਟ ਦੇ ਟੁਕੜੇ ਕਰ ਦਿੱਤੇ ਆ, ਔਰ ਟੁਕੜੇ ਕਰਨ ਦੀ ਗੱਲ ਜਿਹੜੀ ਜਥੇਦਾਰ ਸਾਹਿਬ ਮੰਨ ਚੁੱਕੇ ਆ ਔਰ ਬਦਦੁਆ ਵੀ ਦੇ ਚੁੱਕੇ ਆ। ਹੁਣ ਜਥੇਦਾਰ ਸਾਹਿਬ ਦੀ ਕਈ ਗੱਲ ਜਿਹੜੀ ਮੋੜੀ ਨਹੀਂ ਜਾ ਸਕਦੀ, ਔਰ ਜਿਹੜਾ ਖਾਲਸਾ ਜਿਹੜਾ ਉਹ ਬਦਦੁਆ ਦੇ ਰਿਹਾ ਔਰ ਨਵਾਂ ਦੇਸ਼ ਬਣੇਗਾ ਤੇ ਪਾਰਲੀਮੈਂਟ ਦੇ ਟੁਕੜੇ ਹੋਣਗੇ। ਕੱਲ ਨੂੰ ਕੋਰਟ ਵੀ ਕਰ ਸਕਦੇ ਆ ਅਮਰਤਪਾਲ ਹੋਣੀ ਜਿਹਨਾਂ ਨੂੰ ਹੁੱਲੜਬਾਜ਼ ਕਹਿ ਰਿਹਾ ਜਥੇਦਾਰ ਸਾਹਿਬ। ਦੇਖੋ, ਜਿਹੜੇ ਕੋਈ ਵੀ ਜਿਹੜਾ ਹੈ, ਪਹਿਲੀ ਗੱਲ ਤੇ ਸੁਪਰੀਮ ਕੋਰਟ ਦੇ ਡਿਸੀਜਨ 'ਚ ਹੋ ਗਿਆ ਹੈ ਕਿ ਖਾਲਿਸਤਾਨ ਬਾਰੇ ਗੱਲ ਕਰਨੀ, ਨਾਅਰਾ ਲਾਣਾ ਜਾਂ ਉਹਦੇ ਬਾਰੇ ਗੱਲ ਕਰਨੀ ਜਿਹੜੀ ਹੈ ਉਹ ਕੋਈ ਜਿਹੜੀ ਹੈ ਉਹ ਕਾਨੂੰਨ ਵਿਰੋਧੀ ਨਹੀਂ। ਦੂਜੀ ਗੱਲ ਇੱਕ ਹੋਰ ਵੀ ਤੁਸੀਂ ਸਮਝ ਲਓ ਕਿ ਜੇਕਰ ਹਿੰਦੂ ਰਾਸ਼ਟਰਵਾਦ ਦੀ ਗੱਲ ਹੋ ਸਕਦੀ ਹੈ ਤੇ ਫਿਰ ਸਿੱਖ ਰਾਸ਼ਟਰਵਾਦ ਦੀ ਵੀ ਗੱਲ ਜਿਹੜੀ ਹੈ ਹੋ ਸਕਦੀ ਹੈ। ਜੇਕਰ ਭਾਰਤ ਨੂੰ ਹਿੰਦੂ ਰਾਸ਼ਟਰਵਾਦ ਬਣਾਉਣਾ, ਇਹ ਜਿਹੜਾ ਹੈ ਇਹ ਦੇਸ਼ ਵਿਰੋਧੀ ਨਹੀਂ, ਤੇ ਫਿਰ ਸਿੱਖ ਰਾਸ਼ਟਰਵਾਦ ਵੀ ਦੇਸ਼ ਵਿਰੋਧੀ ਨਹੀਂ। ਇਹ ਇੱਕ ਜਿਹੜਾ ਪ੍ਰਸ਼ਨ ਚਿੰਨ੍ਹ ਪੈਦਾ ਕੀਤਾ ਹੈ, ਕੁਐਸਚਨ ਕੀਤਾ ਉਹਨਾਂ ਨੇ ਕੇਂਦਰ ਸਰਕਾਰ ਨੂੰ। ਦਰਅਸਲ ਦੂਰ ਰੱਸੀ ਨਤੀਜੇ ਨਿਕਲਣ ਦੀ ਗੱਲ ਹੈ। ਜਿਸ ਵੇਲੇ 1984 ਵਿੱਚ ਗੁਰੂ ਦਰਬਾਰ ਸਾਹਿਬ ਤੇ ਹਮਲੇ ਦੀ ਜਦੋਂ ਗੱਲ ਹੁੰਦੀ ਹੈ, ਉਦੋਂ ਨਾਲ ਕਹਿੰਦੇ ਸੀ ਉਸ ਵੇਲੇ ਵੀ ਕਿ ਹੁਣ ਤਾਂ ਜੀ ਖਾਲਿਸਤਾਨ ਬਣ ਗਿਆ ਜੀ, ਬਣਾ ਰਹੇ ਜੀ ਖਾਲਿਸਤਾਨ। ਇਹ ਗੱਲਾਂ ਜਿਹੜੀਆਂ ਨੇ ਹਮੇਸ਼ਾ ਹੀ ਸਿੱਖਾਂ ਨੂੰ ਇੱਕ ਵੱਖਰੀ ਰਾਜਨੀਤਿਕ ਖੰਡ ਦੀ ਮੰਗ ਕਰਨ ਨਾਲ ਹਮੇਸ਼ਾ ਹੀ ਜੋੜਿਆ ਜਾਂਦਾ ਰਿਹਾ ਹੈ। ਉਹ ਅੱਗੋਂ ਵੀ ਜੋੜਿਆ ਜਾਏਗਾ। ਕਦੀ ਸਮਰਥਨ ਦੀ ਗੱਲ ਹੋ ਜਾਏਗੀ, ਕਦੀ ਸਮਰਥਨ ਦੀ ਨਹੀਂ ਗੱਲ ਹੋਏਗੀ। ਸਰ ਜਰਨੈਲ ਸਿੰਘ ਭਿੰਡਰਾਂ ਵਾਲਾ ਹੈ, ਉਹਨਾਂ ਕਹਿੰਦੇ ਮੈਂ ਤਾਂ ਕਦੀ ਖਾਲਿਸਤਾਨ ਮੰਗਿਆ ਹੀ ਨਹੀਂ ਸੀ, ਔਰ ਉਹਨਾਂ ਨੂੰ ਅਜੇ ਵੀ ਅਸੀਂ ਖਾਲਿਸਤਾਨੀ ਦੇ ਤੌਰ ਦੇ ਉੱਤੇ ਪੁੱਟ ਕਰੀ ਜਾਂਦੇ ਹਾਂ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਰਾਜਨੀਤਿਕ ਪੱਧਰ ਦੇ ਉੱਤੇ ਸੰਕੇਤ ਨੇ, ਕੌਂਸ਼ੀਅਸ ਨੇ ਕਿ ਜੇ ਸਿੱਖ ਸੰਤੁਸ਼ਟ ਕੌਮ ਨਹੀਂ ਹੋਏਗੀ ਤੇ ਇਹ ਵੀ ਜਿਹੜਾ ਹੈ ਇਹ ਦੇਸ਼ ਦੇ ਟੁਕੜੇ ਹੋਣ ਦਾ ਜਿਹੜਾ ਖਤਰਾ ਹੈ। ਅਦਰਵਾਈਜ਼ ਜਿਹੜਾ ਪਹਿਲਾਂ ਵੀ ਇੱਕ ਨਿਹੰਗ ਸਿੰਘ ਦੀ ਇਕਾਈ ਸੀ ਇੰਟਰੂ, ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਵੱਖਰਾ ਕੋਈ ਨਹੀਂ ਚਾਹੁੰਦੇ, ਪਰ ਜੇ ਬਾਰ-ਬਾਰ ਸਾਨੂੰ ਉਕਸਾਓਗੇ ਤਾਂ ਫਿਰ ਸਾਡੇ ਕੋਲ ਜਿਹੜਾ ਕੋਈ ਅਲਟਰਨੇਟਿਵ ਜਿਹੜਾ ਨਹੀਂ ਰਹਿੰਦਾ। ਦਰਅਸਲ ਉਹਨਾਂ ਨੇ ਉਸੇ ਸੰਕੇਤ ਨੂੰ ਜਿਹੜਾ ਅੱਗੇ ਵਧਾਇਆ ਹੈ। ਲੇਕਿਨ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਸਿੱਖ ਅੰਤःਕਰਨ ਦੇ ਵਿੱਚ ਵੱਖਰੇ ਦੇਸ਼ ਦੀ ਭਾਵਨਾ ਨੂੰ ਜਿਹੜਾ ਕਦੀ ਵੀ ਦੱਬ ਨਹੀਂ ਸਕਿਆ, ਲੇਕਿਨ ਉਹ ਹਮੇਸ਼ਾ ਉਦੋਂ ਬਾਹਰ ਹੁੰਦਾ ਹੈ ਜਦੋਂ ਸਿੱਖ ਕੌਮ ਕਿਤੇ ਨਾ ਕਿਤੇ ਆਪਣੇ ਆਪ ਹੀ ਜਿਹੜਾ ਉਹ ਡਰ ਜਾਂ ਖਤਰਾ ਜਾਂ ਆਪਣੇ ਉੱਤੇ ਹਮਲਾ ਜਿਹੜਾ ਸਮਝਦੀ ਹੈ, ਉਸ ਵੇਲੇ ਜਿਹੜਾ ਉਹ ਕਿਤੇ ਸਿੱਧੇ ਤੌਰ ਤੇ ਅਕਾਲੀ ਦਲ ਦੇ ਵੱਲੋਂ ਜਾਂ ਸਿੱਧੇ ਤੌਰ ਤੇ ਜਥੇਦਾਰ ਦੇ ਵੱਲੋਂ ਅਕਾਲੀ ਦਲ ਦੇ ਕਹਿਣ ਤੇ ਕੇਂਦਰ ਸਰਕਾਰ ਨੂੰ ਇਹ ਧਮਕੀ ਤਾਂ ਨਹੀਂ ਕਿ ਭਾਈ ਜੇ ਤੁਸੀਂ ਸਾਡੇ ਨਾਲ ਇਹ ਗੱਲ ਕਰਨੋਂ ਨਾ ਹਟੇ ਤਾਂ ਅਸੀਂ ਜੋ ਗੱਲਾਂ ਉਹ ਦੂਜੇ ਕਰ ਰਹੇ ਆ, ਜਿਨ੍ਹਾਂ ਨੂੰ ਹੁੱਲੜਬਾਜ਼ ਕਹਿ ਰਹੇ ਆ ਇਹ ਖੁਦ, ਤਾਂ ਅਸੀਂ ਵੀ ਉਹ ਗੱਲ ਦੇ ਵਿੱਚ ਹਿੱਸੇਦਾਰੀ ਪਾ ਸਕਦੇ ਹਾਂ। ਵੱਖਰੀ ਪਾਰਲੀਮੈਂਟ ਦੀ ਗੱਲ ਇਦਾਂ ਦੀ ਕੋਈ ਗੱਲ ਤਾਂ ਨਹੀਂ ਜਿਵੇਂ ਉਹਨਾਂ ਨੇ ਇਹ ਤੇ ਸਭ ਤੋਂ ਦੇਖੋ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਨਰਮ ਜਿਹੜੇ ਨੇ ਉਹ ਦੋ ਗਿਣੇ ਜਾਂਦੇ ਨੇ। ਇੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਔਰ ਦੂਸਰਾ ਪ੍ਰਕਾਸ਼ ਸਿੰਘ ਬਾਦਲ।
ਆਪਰੇਸ਼ਨ ਬਲੂ ਸਟਾਰ ਚ ਦੋਨਾਂ ਨੇ ਇਹ ਗੱਲਾਂ ਸਪਸ਼ਟ ਜਿਹੜੀਆਂ ਸਨ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਸਨ ਕਿ ਜੇ ਸਾਡੇ ਗੁਰਧਾਮਾਂ ਤੇ ਹਮਲਾ ਹੁੰਦਾ ਹੈ ਤੇ ਅਸੀਂ ਫਿਰ ਖਾਲਿਸਤਾਨ ਤੋਂ ਥੱਲੇ ਕੋਈ ਗੱਲ ਨਹੀਂ ਕਰ ਸਕਾਂਗੇ। ਸੋ ਇਹ ਗੱਲਾਂ ਵਕਤੀ ਵੀ ਹੁੰਦੀਆਂ ਨੇ, ਪਰ ਇਹਦੇ ਵਿੱਚ ਜਿਹੜਾ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਸਿੱਖ ਮਾਨਸਿਕਤਾ ਦੇ ਵਿੱਚ ਇੱਕ ਜਿਹੜਾ ਹੈ ਇਹ ਖਾਲਸਾ ਜੀ ਕੇ ਬੋਲ ਬਾਲੇ ਜਾਂ ਵੱਖਰਾ ਜਿਹੜਾ ਉਹ ਸੁਤੰਤਰ ਹੋਂਦ ਨੂੰ ਬਚਾਈ ਰੱਖਣ ਲਈ ਇੱਕ ਜਿਹੜੀ ਹੈ ਭਾਲ ਜਿਹੜੀ ਹੈ ਕੀਤੀ ਜਾਂਦੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨੂੰ ਤੁਸੀਂ ਲੁਕਾ ਵੀ ਨਹੀਂ ਸਕਦੇ, ਔਰ ਇਹਨੂੰ ਕਦੇ ਵੀ ਜਿਹੜਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਝੂਠ ਹੈ ਜਿਹੜੀ ਹੈ। ਇਹ ਇੱਕ ਸੱਚਾਈ ਹੈ ਕਿ ਸਿੱਖ ਮਾਨਸਿਕਤਾ ਦੇ ਵਿੱਚ ਕੇਂਦਰ ਨਾਲ ਵਿਰੋਧ ਵੀ ਹਮੇਸ਼ਾ ਰਿਹਾ, ਔਰ ਸਿੱਖ ਮਾਨਸਿਕਤਾ ਦੇ ਵਿੱਚ ਇਹ ਜਿਹੜੀ ਗੱਲ ਵੱਖਰੇ ਦੇਸ਼ ਦੀ ਜਿਹੜੀ ਹੈ ਉਹ ਜ਼ਰੂਰ ਪੈਦਾ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਉਹਨੂੰ ਸਥੂਲ ਹਕੀਕਤ ਦੇ ਵਿੱਚ ਬਦਲਣ ਲਈ ਕਦੀ ਕੋਈ ਯਤਨ ਜਿਹੜੇ ਨੇ ਸੰਜੀਦਾ ਸਿੱਖ ਕੌਮ ਵੱਲੋਂ ਵੀ ਜਿਹੜੇ ਨੇ ਉਹ ਨਹੀਂ ਰਹੇ। ਵੱਧ ਤੋਂ ਵੱਧ ਸਰਦਾਰ ਕਪੂਰ ਸਿੰਘ ਨੇ ਜਿਸ ਵੇਲੇ ਗੱਲ ਕੀਤੀ ਸੀ ਅਨੰਦਪੁਰ ਸਾਹਿਬ ਦੇ ਮਤੇ ਦੀ, ਔਰ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਉਹਨਾਂ ਨੇ ਅਖੰਡ ਭਾਰਤ ਦੀ ਹੋਈ ਗੱਲ ਕੀਤੀ ਸੀ, ਵੱਖਰੇ ਦੇਸ਼ ਦੀ ਸਥਾਪਨਾ ਨਹੀਂ ਸੀ ਕੀਤੀ, ਬਲਕਿ ਇਹ ਕਿਹਾ ਸੀ ਕਿ ਇੱਕ ਵੱਡੇ ਦੇਸ਼ ਦੇ ਵਿੱਚ ਸਾਡੀ ਆਪਣੀ ਵੀ ਜਿਹੜੀ ਹੈ ਉਹ ਹੋਂਦ ਹੋਣੀ ਚਾਹੀਦੀ ਹੈ। ਇਦੋਂ ਅੱਗੇ ਗੱਲ ਕਦੀ ਨਹੀਂ ਹੋਈ। ਜਥੇਦਾਰ ਦੀ ਇਹ ਸਟੇਟਮੈਂਟ ਤੋਂ ਬਾਅਦ ਜੋ ਪੰਜਾਬ ਦਾ ਮਾਹੌਲ ਅੱਜ ਵਿਗੜਿਆ ਹੈ, ਜਿਹੜੀ ਬਦਦੁਆ ਦਿੱਤੀ ਹੈ ਕਿ ਇਸ ਦੇਸ਼ ਦੀ ਪਾਰਲੀਮੈਂਟ ਦੇ ਵੀ ਜਿਹੜੇ ਆ ਕਈ ਟੁਕੜੇ ਹੋ ਜਾਣਗੇ, ਤਾਂ ਕੀ ਇਹਦੇ ਨਾਲ ਕੇਂਦਰ ਸਖਤ ਤਾਂ ਨਹੀਂ ਹੋ ਜਾਏਗਾ? ਇਹਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਕਿਤੇ ਵਿਗੜ ਤੇ ਨਹੀਂ ਜਾਏਗਾ? ਇਸ ਚੀਜ਼ ਦਾ ਹਵਾਲਾ ਦੇ ਕੇ ਕਿ ਪਹਿਲਾਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ, ਬਾਰਡਰ ਦੀ ਸਥਿਤੀ ਖਰਾਬ ਹੈ, ਹੁੱਲੜਬਾਜ਼ ਉੱਠੇ ਹੋਏ ਨੇ, ਖਾਲਿਸਤਾਨੀ ਉੱਠੇ ਹੋਏ ਨੇ, ਉੱਪਰੋਂ ਜਥੇਦਾਰ ਸਾਹਿਬ ਇਦਾਂ ਦੇ ਬਿਆਨ ਦੇ ਰਹੇ ਹੈ, ਤਾਂ ਫਿਰ ਕੀ ਲੱਗਦਾ ਹੈ ਕਿ ਕੇਂਦਰ ਸਖਤ ਤਾਂ ਨਹੀਂ ਹੋ ਜਾਏਗਾ? ਦੇਖੋ 2024 ਦੀਆਂ ਇਲੈਕਸ਼ਨਾਂ ਨੇ, ਕੇਂਦਰ ਸਰਕਾਰ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਹੈ ਲੋੜ ਮਹਿਸੂਸ ਹੋਏਗੀ। ਇਸ ਕਰਕੇ ਜਿਹੜਾ ਕੇਂਦਰ ਸਰਕਾਰ ਦਾ ਸਿੱਖਾਂ ਪ੍ਰਤੀ ਜਿਹੜਾ ਹੈ ਉਹ ਥੋੜਾ ਜਿਹਾ ਵਖਰੇਵੇਂ ਵਾਲਾ ਜਿਹੜਾ ਮਾਹੌਲ ਹੈ, ਭਾਵੇਂ ਉਹ ਵਿੱਤੀ ਸਹਾਇਤਾ ਦੀ ਗੱਲ ਹੋਵੇ ਤੇ ਭਾਵੇਂ ਸਿੱਖ ਹਿੱਤਾਂ ਦੀ ਗੱਲ ਹੋਵੇ, ਉਹਦੇ ਬਾਰੇ ਜਿਹੜੀ ਹੈ ਬਾਕੀ ਮਸਲੇ ਭਾਵੇਂ ਉਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ ਜਾਂ ਦੂਜੇ ਇਸ਼ੂ ਹੋਣ, ਉਹਦੇ ਬਾਰੇ ਕੇਂਦਰ ਸਰਕਾਰ ਜ਼ਰੂਰ ਸੋਚੇਗੀ ਕਿ ਕਿਵੇਂ ਵੱਖ-ਵੱਖ ਤਰ੍ਹਾਂ ਦੀਆਂ ਵਿਚਾਰਾਂ ਦੇ ਨਾਲ ਇਕੱਠੇ ਹੋ ਕੇ ਕੋਈ ਅਜਿਹੀ ਲਹਿਰ ਤਾਂ ਨਹੀਂ ਬਣ ਸਕਦੀ ਜਿਹੜੀ ਕਿ ਅਖੰਡ ਭਾਰਤ ਦਾ ਜਿਹੜਾ ਉਹਨਾਂ ਦਾ ਸੁਪਨਾ ਹੈ ਉਹਨੂੰ ਜਿਹੜਾ ਪੂਰੀ ਦੀ ਪੂਰੀ ਢਾਲ ਆਏ। ਮੈਂ ਸਮਝਦਾ ਕਿ ਸ਼ਾਇਦ ਇਹਦੇ ਨਾਲ ਜਿਹੜਾ ਹੈ ਇੱਕ ਆਪਣੇ ਮੁੜ ਵਿਚਾਰਨ ਦੀ ਕੇਂਦਰ ਸਰਕਾਰ ਲਈ ਜਾਂ ਬੀਜੇਪੀ ਲਈ ਜਿਹੜੀ ਹੈ ਇੱਕ ਮੌਕਾ ਪੈਦਾ ਹੋਏਗਾ, ਔਰ ਉਹ 2024 ਤੱਕ ਦੀ ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਸੁਖਾਵਾਂ ਮਾਹੌਲ ਬਣਾਉਣ ਲਈ, ਜਿਵੇਂ RSS ਮੁਖੀ ਜਿਹੜਾ ਭਾਗਵਤ ਉਹਨਾਂ ਨੇ ਵੀ ਕਿਹਾ ਕਿ ਭਾਰਤ ਜਿਹੜਾ ਉਹ ਨਿਰਾ ਹਿੰਦੂਆਂ ਦਾ ਨਹੀਂ ਹੈ, ਇਹ ਵੱਖ-ਵੱਖ ਜਿਹੜੇ ਨੇ ਉਹ ਕੌਮਾਂ ਦਾ ਜਿਹੜਾ ਦੇਸ਼ ਹੈ। ਇਹ ਗੱਲ ਕਹਿਣ 'ਚ ਵੀ ਇੱਕ ਪਾਸੇ ਜਿਹੜੀ ਹੈ ਉਹ ਮਿਨੋਰਟੀ ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਹਥਿਆਉਣ ਦੀ ਵੀ ਗੱਲ ਮੰਨੀ ਜਾਂਦੀ ਹੈ। ਇਵੇਂ ਹੀ ਸ਼ਾਇਦ ਪੰਜਾਬ ਔਰ ਸਿੱਖ ਉਹਨਾਂ ਨੂੰ ਖੁਸ਼ ਕਰਨ ਲਈ, ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਬੀਜੇਪੀ ਸਿੱਖਾਂ ਨੂੰ ਖੁਸ਼ ਕਰਨ ਲਈ ਆਪਣੀ ਪਾਰਟੀ ਵੀ ਸ਼ਾਮਲ ਕਰ ਲਈ ਹੈ, ਲੇਕਿਨ ਸਿੱਖ ਹਿੱਤਾਂ ਦੀ ਗੱਲ ਨਹੀਂ ਕਰ ਰਹੀ। ਹੋ ਸਕਦਾ ਬੀਜੇਪੀ ਸਿੱਖ ਹਿੱਤਾਂ ਨੂੰ ਵੀ ਸਾਹਮਣੇ ਰੱਖ ਕੇ ਇਹ ਗੱਲ ਜਿਹੜੀ ਹੈ ਕਰ ਰਹੇ ਤੇ ਇੱਕ ਹਾਂ ਪੱਖੀ ਵੀ ਹੋਵੇ। ਅਜੇ ਸਮਾਂ ਆਉਣ ਤੇ ਉੱਤੇ ਸਪਸ਼ਟਤਾ ਜਿਹੜੀ ਹੈ ਉਹ ਹੋ ਸਕੇਗੀ। ਬਿਲਕੁਲ ਬਿਲਕੁਲ, ਯਾਨੀ ਖਿਲਾਰੇ ਜਿਹੜੇ ਆ ਉਹ ਕਾਫੀ ਖਿਲਾਰਾ ਜਿਹੜਾ ਉਹ ਜਥੇਦਾਰ ਸਾਹਿਬ ਨੇ ਇਸ ਸਪੀਚ ਦੇ ਵਿੱਚ ਜਿਹੜਾ ਉਹ ਪਾ ਲਿਆ, ਜਿਸ ਨੂੰ ਤੁਸੀਂ ਚੰਗੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਤਾਂ ਇਹ ਸਨ ਡਾਕਟਰ SP ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਵਿਸ਼ੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।